ਸਤਿ ਜੀ ਸਭ ਨੂੰ ਜੀ ਆਇਆਂ ਨੂੰ ਖਮਾ ਗਣੀਸਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਟਾਰ ਆਨਲਾਈਨ ਸਟੱਡੀ ਤੇ। ਅੱਜ ਆਪਾਂ ਗੱਲ ਕਰਾਂਗੇ ਰੀਟ 2020 ਪੰਜਾਬੀ ਭਾਸ਼ਾ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਗੱਲ ਕਰਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਦੂਜੀ ਭਾਸ਼ਾਵਾਂ ਦੀ ਤਰ੍ਹਾਂ ਹੈ, ਜਿਵੇਂ ਕਿ ਹਿੰਦੀ, ਸੰਸਕ੍ਰਿਤ ਹੈ, ਇੰਗਲਿਸ਼ ਹੈ, ਸਿੰਧੀ ਹੈ, ਉਹ ਉੱਦਾਂ ਆਪਾਂ ਰੀਟ ਦੇ ਵਿੱਚ ਪੰਜਾਬੀ ਭਾਸ਼ਾ ਵੀ ਰੱਖ ਸਕਦੇ ਹਨ। ਰੀਟ ਦੇ ਵਿੱਚ ਪੰਜਾਬੀ ਦੇ 30 ਕੁਐਸਚਨ ਆਉਂਦੇ ਹੈ, ਇਹ ਆਪਾਂ ਨੂੰ ਸਭ ਨੂੰ ਪਤਾ ਹੈ। ਤੁਸੀਂ ਆਪਦੀ ਸੁਵਿਧਾ ਦੇ ਅਕੋਰਡਿੰਗ ਫਸਟ ਲੈਂਗੁਏਜ ਜਾਂ ਸੈਕੰਡ ਲੈਂਗੁਏਜ ਤੁਸੀਂ ਪੰਜਾਬੀ ਰੱਖ ਸਕਦੇ ਹੋ। ਤਾਂ ਪੰਜਾਬੀ ਆਪਾਂ ਇਸ ਚੈਨਲ 'ਤੇ ਗੱਲ ਕਰਾਂਗੇ ਪੰਜਾਬੀ ਭਾਸ਼ਾ ਦੇ ਬਾਰੇ, ਕਿ ਪੰਜਾਬੀ ਭਾਸ਼ਾ ਦੇ ਬਾਰੇ ਕੀ ਨਵੀਂ ਚੀਜ਼ਾਂ ਵੱਖਰ ਕੇ ਸਾਹਮਣੇ ਆਉਂਦੀਆਂ ਹਨ, ਕਿ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਕੀ ਪੜ੍ਹਦੇ ਹਨ। ਤਾਂ ਬਹੁਤਾ ਸਮਾਂ ਨਾ ਲੈਂਦਾ ਹੋਏ ਗੱਲ ਕਰਦੇ ਹਾਂ ਆਪਾਂ ਪੰਜਾਬੀ ਭਾਸ਼ਾ ਦੀ। ਦੇਖੋ ਜੀ, ਇਹ ਜਿਹੜੀ ਕਲਾਸ ਹੈਗੀ ਇਹ ਬਿਲਕੁਲ 0 ਲੈਵਲ ਤੋਂ ਸਟਾਰਟ ਹੁੰਦੀ ਹੈ। ਜ਼ਿਆਦਾਤਰ ਕਲਾਸ ਜਿਹੜੀ ਸ਼ੁਰੂ ਕਰਦੇ ਉਹ ਨਾਮ ਪੜ੍ਹਨਾਮ ਤੋਂ ਸ਼ੁਰੂ ਕਰਦੇ ਹੈ, ਪਰ ਜੇਕਰ ਆਪਾਂ ਨੂੰ ਇਹਨਾਂ ਦੇ ਬਾਰੇ ਨਾ ਪਤਾ ਹੋਊਗਾ ਵੀ ਭਾਸ਼ਾ ਕੀ ਚੀਜ਼ ਹੁੰਦੀ ਹੈ, ਧੁਨੀ ਕੀ ਚੀਜ਼ ਹੁੰਦੀ, ਵਰਨ ਕੀ ਹੁੰਦੇ ਆ, ਵਾਕ ਕੀ ਹੁੰਦੇ ਆ, ਉਹਨਾਂ ਤੋਂ ਸਿੱਧਾ ਜਾ ਕੇ ਅਗਰ ਆਪਾਂ ਸਿੱਧਾ ਗ੍ਰਾਮਰ ਸਟਾਰਟ ਕਰ ਦਿਆਂਗੇ ਨਾਮ ਪੜ੍ਹਨਾਮ ਤੋਂ, ਤਾਂ ਉਹ ਮੇਰੇ ਹਿਸਾਬ ਨਾਲ ਬਹੁਤਾ ਫਾਇਦੇਮੰਦ ਸਾਬਤ ਨਾ ਹੋਊਗੀ। ਤਾਂ ਇਹ ਕਲਾਸ ਬਿਲਕੁਲ 0 ਲੈਵਲ ਤੋਂ ਹੋ, ਤੁਸੀਂ ਪੰਜਾਬੀ ਲੈਂਗੁਏਜ ਸੈਕੰਡ ਲੈਂਗੁਏਜ ਜਾਂ ਫਸਟ ਲੈਂਗੁਏਜ ਰੱਖੀ ਹੈ ਉਹਦੇ ਅਕੋਰਡਿੰਗ ਇਹ ਕਲਾਸ ਆਪਣੀ ਚੱਲੂਗੀ। ਤਾਂ ਬਹੁਤਾ ਸਮਾਂ ਲੈਂਦਾ ਹੋਏ ਕਲਾਸ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਪੰਜਾਬੀ ਭਾਸ਼ਾ ਦੇ ਵਿੱਚ ਭਾਸ਼ਾ ਕਹਿੰਦੇ ਕਿਸ ਚੀਜ਼ ਨੂੰ ਹੈ। ਤਾਂ ਦੇਖੋ ਜੀ, ਇਹਦੀ ਪਹਿਲਾਂ ਭਾਸ਼ਾ ਦੀ ਜਾਣ ਪਛਾਣ ਕਰਾਂਗੇ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਮਨੁੱਖ ਜਿਹੜਾ ਹੁੰਦਾ ਹੈਗਾ ਉਹ ਭਾਸ਼ਾ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਉਹਦੀ ਮਨੁੱਖ ਦੀ ਸਭ ਤੋਂ ਕੀਮਤੀ ਜਿਹੜੀ ਪੂੰਜੀ ਹੁੰਦੀ ਹੈ ਉਹ ਹੁੰਦੀ ਹੈ ਉਹਦੀ ਭਾਸ਼ਾ। ਜੇਕਰ ਕਿਹਾ ਜਾਏ ਕਿ ਉਹ ਭਾਸ਼ਾ ਤੋਂ ਬਿਨਾਂ ਮਨੁੱਖ ਪਸ਼ੂਆਂ ਤੋਂ ਤੁੱਲ ਹੁੰਦਾ ਹਨ, ਕਹਿਣ ਦਾ ਭਾਵ ਹੈ ਕਿ ਉਹ ਪਸ਼ੂਆਂ ਦੇ ਸਮਾਨ ਹੀ ਹੈ। ਪਸ਼ੂ ਜੇਕਰ ਉਸ ਤੋਂ ਭਾਸ਼ਾ ਖੋਹ ਲਿੱਤੀ ਜਾਵੇ ਤਾਂ ਉਹ ਪਸ਼ੂਆਂ ਤੋਂ ਵੱਧ ਕੁਝ ਵੀ ਨਹੀਂ ਰਹਿ ਜੂਗਾ ਅੱਗੇ। ਇਸੇ ਕਰਕੇ ਹੀ ਯਾਨੀ ਭਾਸ਼ਾ ਰਾਹੀਂ ਹੀ ਉਹ ਆਪਣੀ ਮਹਾਨ ਸੱਭਿਅਤਾ ਦੀ ਉਸਾਰੀ ਕਰਦਾ ਹੈ। ਕਹਿਣ ਦਾ ਭਾਵ ਆਪਦੀ ਮਹਾਨ ਸੱਭਿਅਤਾ ਨੂੰ ਉੱਚਾ ਚੁੱਕਦਾ ਹੈ। ਇਸ ਤਰੀਕੇ ਨਾਲ ਉਹ ਮਾਨਵ ਜਿਹੜੀ ਜਾਤੀ ਹੈ ਦੂਜੇ ਪਸ਼ੂਆਂ ਜਾਂ ਜਾਨਵਰਾਂ ਨਾਲੋਂ ਵੱਖਰੀ ਹੈ। ਉਹਦਾ ਵੱਡਾ ਕਾਰਨ ਹੈ ਭਾਸ਼ਾ ਦੇ ਬਾਰੇ ਹੁੰਦੀ ਹੈ। ਭਾਸ਼ਾ ਰਾਹੀਂ ਉਹ ਵਿੱਦਿਆ ਪ੍ਰਾਪਤ ਕਰਦਾ ਹੈ। ਭਾਸ਼ਾ ਰਾਹੀਂ ਉਹ ਵਿੱਦਿਆ ਹੀ ਪ੍ਰਾਪਤ ਨਹੀਂ ਕਰਦਾ, ਬਲਕਿ ਸਭ ਕੁਝ ਭਾਸ਼ਾ ਰਾਹੀਂ ਕਰਦਾ। ਇੱਥੋਂ ਤੱਕ ਕਿ ਉਹ ਸੋਚਦਾ ਵੀ ਸਿਰਫ ਭਾਸ਼ਾ ਰਾਹੀਂ ਹੈ, ਬੋਲਦਾ ਭਾਸ਼ਾ ਰਾਹੀਂ ਹੈ, ਸੁਣਦਾ ਵੀ ਹੈ, ਲਿਖਦਾ ਵੀ ਹੈ, ਪੜ੍ਹਦਾ ਵੀ ਹੈ, ਸਗੋਂ ਹੈ ਸੋਚਦਾ ਵੀ ਭਾਸ਼ਾ ਰਾਹੀਂ ਹੈ। ਇਹ ਸਾਰੀਆਂ ਗੱਲਾਂ ਉਹ ਭਾਸ਼ਾ ਰਾਹੀਂ ਹੀ ਕਰਦਾ ਹੈਗਾ। ਜੇਕਰ ਗੱਲ ਕੀਤੀ ਜਾਵੇ ਕਿ ਉਹ ਕਿਸ ਤਰੀਕੇ ਨਾਲ ਭਾਸ਼ਾ ਰਾਹੀਂ ਕਰਦਾ ਹੈ, ਸਾਰੀਆਂ ਗੱਲਾਂ ਆ ਜਾਂਦੀਆਂ ਹੈਗੀਆਂ। ਭਾਸ਼ਾ ਮੂੰਹੋਂ ਉਚਾਰੇ ਜਾਣ ਵਾਲੀਆਂ ਉਚਾਰਨ ਨਾਲ ਬਣਦੀਆਂ ਹਨ। ਜੇਕਰ ਕਿਹਾ ਜਾਏ ਵੀ ਭਾਸ਼ਾ ਬਣਦੀ ਕਿਵੇਂ ਹੈ, ਆਪਣੇ ਸਰੀਰ ਦੇ ਅੰਦਰੋਂ ਜਿਹੜੀਆਂ ਧੁਨੀਆਂ ਜਿਹੜੀ ਆਵਾਜ਼ਾਂ ਨਿਕਲਦੀਆਂ ਹੈਗੀਆਂ ਉਹਨਾਂ ਦੇ ਨਾਲ ਜਿਹੜਾ ਆਪਣੇ ਅੰਗਾਂ ਨਾਲ ਜਿਹੜਾ ਟਕਰਾਅ ਹੁੰਦਾ ਹੈਗਾ ਉਹਦੇ ਨਾਲ ਇਹ ਧੁਨੀ ਬਣਦੀ ਹੈਗੀ। ਸਭ ਤੋਂ ਹੁਣ ਗੱਲ ਕੀਤੀ ਜਾਏ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹਾਂ ਨੂੰ ਕੀ ਕਹਿੰਦੇ ਹੈ, ਉਹਨਾਂ ਨੂੰ ਵਰਨ ਕਹਿੰਦੇ ਹਨ। ਵਰਨ ਤੋਂ ਭਾਵ ਹੈ ਜਿਵੇਂ ਪੰਜਾਬੀ ਦੇ ਵਿੱਚ ਵਰਨ ਹੁੰਦੇ ਹੈ, ਹਿੰਦੀ ਦੇ ਵਿੱਚ ਵਰਨ ਹੁੰਦੇ ਹੈ, ਅੰਗਰੇਜ਼ੀ ਦੇ ਵਿੱਚ ਵਰਨ ਹੁੰਦੇ ਹੈ, ਭਾਵ ਦੇ ਵਰਨ ਹੁੰਦੇ ਹੈ। ਇਸ ਤਰੀਕੇ ਵਿੱਚ ਗੱਲ ਕੀਤੀ ਜਾਵੇ ਕਿ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਵਰਨ ਹੁੰਦੇ ਹੈ, ਤਾਂ ਅਸੀਂ ਇੱਦਾਂ ਕਹਿ ਸਕਦੇ ਹਾਂ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ, ਧੁਨੀ ਹੈ। ਧੁਨੀ ਯਾਨੀ ਧੁਨੀ ਹੈ। ਧੁਨੀਆਂ ਦਾ ਜੇ ਕਿ ਜਾਏ ਧੁਨੀਆਂ ਸੰਸਕ੍ਰਿਤ ਭਾਸ਼ਾ ਦੇ ਧਵਨੀ ਸ਼ਬਦ ਤੋਂ ਬਣਿਆ ਹੋਇਆ ਹੈ ਅਤੇ ਆਪਾਂ ਇਹਨਾਂ ਨੂੰ ਪੰਜਾਬੀ ਵਿੱਚ ਧੁਨੀ ਕਹਿੰਦੇ ਹਾਂ। ਜੇਕਰ ਕਿਹਾ ਜਾਏ ਕਿ ਕੀ ਧੁਨੀਆਂ ਨੂੰ ਵੰਡਿਆ ਜਾ ਸਕਦਾ ਹੈ, ਨਹੀਂ ਜੀ, ਧੁਨੀਆਂ ਨੂੰ ਹੋਰ ਖੰਡਿਤ ਨਹੀਂ ਕੀਤਾ ਜਾ ਸਕਦਾ। ਸਭ ਤੋਂ ਛੋਟੀ ਜਿਹੜੀ ਇਕਾਈ ਹੈਗੀ ਉਹ ਭਾਸ਼ਾ ਦੀ ਧੁਨੀ ਹੀ ਹੈ। ਬੇਸ਼ੱਕ ਧੁਨੀਆਂ ਆਪਣੇ ਅਰਥ ਤਾਂ ਕੋਈ ਨਹੀਂ ਪੈਦਾ ਕਰਦੇ, ਕਹਿਣ ਦਾ ਭਾਵ ਹੈ ਕਿ ਧੁਨੀਆਂ ਦਾ ਕੋਈ ਅਰਥ ਨਹੀਂ ਨਿਕਲਦਾ, ਪਰ ਜਦੋਂ ਇਹ ਸਾਰੀਆਂ ਇੱਕੋ ਜਿਹੇ ਮਿਲ ਜਾਂਦੇ ਹੈ ਆਪਸ 'ਚ, ਤਾਂ ਯਾਨੀ ਇਹਨਾਂ ਦਾ ਜਦੋਂ ਸੰਯੋਗ ਹੋ ਜਾਂਦਾ ਹੈ ਤਾਂ ਇਹਨਾਂ ਦੇ ਸੰਯੋਗ ਨਾਲ ਇੱਕ ਸ਼ਬਦ ਬਣ ਜਾਂਦਾ ਹੈ। ਸ਼ਬਦ ਬਣਦੇ ਸਾਰੀ ਇਹਨਾਂ ਦਾ ਇੱਕ ਨਵਾਂ ਅਰਥ ਨਿਕਲ ਜਾਂਦਾ ਹੈ। ਤਾਂ ਇਹ ਸਾਰੀਆਂ ਗੱਲਾਂ ਧੁਨੀ ਦੇ ਮੇਲ ਨਾਲ ਹੀ ਸ਼ੁਰੂ ਹੁੰਦੀਆਂ ਅਤੇ ਸ਼ਬਦ ਬਣ ਜਾਂਦਾ ਹੈ। ਅੱਗੇ ਆਪਾਂ ਹੁਣ ਗੱਲ ਕਰਾਂਗੇ ਵੀ ਇਹਨਾਂ ਦੇ ਬਾਰੇ, ਵਾਕਿਆਂ ਦੇ ਬਾਰੇ ਗੱਲ ਕਰਾਂਗੇ ਵੀ ਵਾਕ ਕੀ ਹੁੰਦੇ। ਧੁਨੀ ਬਾਰੇ ਆਪਾਂ ਗੱਲ ਕਰ ਲਈ, ਭਾਸ਼ਾ ਬਾਰੇ ਗੱਲ ਕਰ ਲਈ, ਹੁਣ ਆਪਾਂ ਗੱਲ ਕਰਾਂਗੇ ਵਾਕ ਬਾਰੇ ਵੀ ਵਾਕ ਕਿਹਨੂੰ ਕਹਿੰਦੇ ਹੈਗੇ। ਜੇਕਰ ਗੱਲ ਕੀਤੀ ਜਾਵੇ ਵਾਕ ਬਾਰੇ ਤਾਂ ਕਹੀਏ ਵੀ ਆਪਣਾ ਭਾਵ ਸਮਝਾਉਣ ਲਈ ਸ਼ਬਦਾਂ ਦਾ ਸਮੂਹ ਬਣਾਏ ਜਾਂਦੇ ਹਨ, ਇਹਨਾਂ ਨੂੰ ਵਾਕ ਕਿਹਾ ਜਾਂਦਾ ਹੈ ਨਾ। ਜਿਹੜੀ ਆਪਾਂ ਗੱਲ ਕਿਸੇ ਨੂੰ ਕਹਿਣੀ ਹੈ ਉਹਨਾਂ ਦੇ ਰਾਹੀਂ ਇਹ ਸਮੂਹ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਵਾਕ ਕਿਹਾ ਜਾਂਦਾ ਹੈਗਾ। ਜੇਕਰ ਗੱਲ ਕੀਤੀ ਜਾਵੇ ਵੀ ਇਹ
ਕਿਸ ਤਰੀਕੇ ਨਾਲ ਜਾਂ ਇਹਦੇ ਅੰਗ ਕਿਹੜੇ ਹੁੰਦੇ ਆ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ। ਤਾਂ ਚਲੋ ਜੀ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਮੁੱਖ ਅੰਗ ਕਿਹੜੇ ਹੁੰਦੇ ਆ। ਦੇਖੋ ਜੀ, ਇਸ ਤਰ੍ਹਾਂ ਭਾਸ਼ਾ ਦੇ ਮੁੱਖ ਅੰਗ 4 ਹੁੰਦੇ ਹਨ। ਮੁੱਖ ਅੰਗ ਕਿੰਨੇ ਹੁੰਦੇ ਆ? 4 ਹੁੰਦੇ ਹਨ। ਮੁੱਖ ਅੰਗ 4 ਹੁੰਦੇ ਆ। ਜਿਹੜਾ ਕੀ ਹੁੰਦਾ ਹੈ, ਧੁਨੀ, ਸ਼ਬਦ, ਵਾਕ ਅਤੇ ਅਰਥ। ਜੇਕਰ ਆਪਾਂ ਗੱਲ ਕੀਤੀ ਜਾਏ, ਸਭ ਤੋਂ ਪਹਿਲਾਂ ਧੁਨੀਆਂ ਆਉਣਗੀਆਂ, ਫਿਰ ਸ਼ਬਦ ਆਉਣਗੇ, ਫਿਰ ਵਾਕ ਆਉਣਗੇ, ਫਿਰ ਅਰਥ ਆਊਗਾ। ਅਤੇ ਜੇਕਰ ਆਪਾਂ ਗੱਲ ਕੀਤੀ ਜਾਏ ਵਿਆਕਰਣ, ਤਾਂ ਵਿਆਕਰਣ ਦੇ ਪਹਿਲੇ ਜਿਹੜੇ 3 ਹੈਗੇ, ਜਿਵੇਂ ਕਿ ਧੁਨੀ ਹੈਗੀ, ਸ਼ਬਦ ਹੈ ਅਤੇ ਵਾਕ ਹੈ, ਇਹਨਾਂ ਸੰਬੰਧੀ ਨਿਯਮਾਂ ਨਾਲ ਪੜਚੋਲ ਕੀਤੀ ਜਾਂਦੀ। ਕਹਿਣ ਦਾ ਭਾਵ ਹੈ ਵਿਆਕਰਣ ਦੇ ਵਿੱਚ ਇਹਨਾਂ ਤਿੰਨਾਂ ਦਾ ਬਾਰੇ ਜਿਹੜੇ ਨਿਯਮ ਕਾਇਦੇ ਜਿਹੜੇ ਬਣਦੇ ਉਹ ਤਿੰਨਾਂ ਦੇ ਬਾਰੇ ਬਣਦੇ ਹੈਗੇ। ਅਤੇ ਗਾਂ ਜਦੋਂ ਇਹ ਤਿੰਨਾਂ ਦਾ ਨਿਯਮਬੱਧ ਹੋ ਕੇ ਜਦੋਂ ਇਹ ਪੂਰੇ ਤਿਆਰ ਹੋ ਜਾਂਦੇ ਤਾਂ ਅਰਥ ਆਪਣੇ ਆਪ ਦੇ ਹਿਸਾਬ ਨਾਲ ਪ੍ਰਗਟ ਹੋ ਜਾਂਦਾ ਹੈਗਾ। ਤਾਂ ਅੱਗੇ ਆਪਾਂ ਗੱਲ ਕਰਾਂਗੇ ਵੀ ਇਹਦਾ ਹੋਰ ਕੀ ਹੈ। ਦੇਖੋ, ਮੌਖਿਕ ਭਾਸ਼ਾ ਨੂੰ ਲਿਖਤੀ ਭਾਸ਼ਾ ਦੇ ਰੂਪ ਦੇ ਵਿੱਚ ਵਿਅਕਤ ਕਰਨ ਲਈ ਸ਼ਬਦਾਂ ਦਾ ਜੋੜਾਂ ਅਤੇ ਨੇਮਾਂ, ਸ਼ਬਦ ਰਚਨਾ, ਸ਼ਬਦ ਭੇਦ ਅਤੇ ਵਿਆਕਰਨਿਕ ਸ਼੍ਰੇਣੀਆਂ ਅਤੇ ਵਾਕ ਬੋਧ ਦੀ ਭਾਸ਼ਾਈ ਪੜਚੋਲ ਵੀ ਲੰਘਣਾ ਪੈਂਦਾ ਹੈ ਨਾ। ਕਹਿਣ ਦਾ ਭਾਵ ਹੈਗਾ ਕਿ ਜਿਹੜੀ ਆਪਾਂ ਭਾਸ਼ਾ ਬੋਲਦੇ ਹੈਗੇ ਉਹ ਮੌਖਿਕ ਭਾਸ਼ਾ ਨੂੰ ਲਿਖਤੀ ਭਾਸ਼ਾ ਦੇ ਰੂਪ ਦੇ ਵਿੱਚ ਵਿਅਕਤ ਕਰਨ ਲਈ ਕੁਝ ਸ਼ਬਦ ਸੰਰਚਨਾ, ਨੇਮਾਂ, ਸੰਰਚਨਾ, ਭੇਦਾਂ ਅਤੇ ਵਿਆਕਰਨਿਕ ਸ਼੍ਰੇਣੀਆਂ ਅਤੇ ਹੋਰ ਵੀ ਭਾਸ਼ਾਈ ਸੰਰਚਨਾ ਦਾ ਲੰਘਣਾ ਪੈਂਦਾ ਹੈ। ਯਾਨੀ ਆਪਾਂ ਨੂੰ ਨਿਯਮਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ। ਸ਼ੁੱਧ ਅਸ਼ੁੱਧ ਵੀ ਦੇਖਣਾ ਪੈਂਦਾ ਹੈ, ਇਹਦੇ ਭੇਦ ਦੇਖਣੇ ਪੈਂਦੇ। ਇਹਨਾਂ ਨੂੰ ਪੂਰਾ ਜਿਹੜਾ ਵੀ ਸ਼ਬਦ ਆਪਾਂ ਬੋਲਣਾ ਹੈਗਾ ਮੌਖਿਕ, ਉਹਨੂੰ ਵਿਆਕਰਣ ਦੇ ਤੌਰ 'ਤੇ ਪ੍ਰਗਟ ਕਰਨਾ ਪੈਂਦਾ ਹੈਗਾ। ਅੱਗੇ ਜੇਕਰ ਆਪਣੀ ਗੱਲ ਕਰਦੇ, ਇਸ ਦੇ ਨਾਲ ਵਿਸ਼ਰਾਮ ਚਿੰਨ੍ਹ ਹੁੰਦੇ ਆ। ਹੁਣ ਆਪਾਂ ਗੱਲ ਕਰਾਂਗੇ ਵੀ ਅੱਗੇ ਜਦੋਂ ਆਪਾਂ ਪ੍ਰਗਟ ਕਰਤੇ ਉਹਦੇ ਵਿੱਚ ਕੀ ਹੋਊਗਾ, ਵਿਸ਼ਰਾਮ ਚਿੰਨ੍ਹ ਆਊਗਾ। ਯਾਨੀ ਗੱਲ ਨੂੰ ਕਿੱਥੇ ਰੋਕਣਾ ਹੈਗਾ, ਕਿੱਥੇ ਕੀ ਕਹਿਣਾ ਹੈਗਾ, ਉੱਤੇ ਵਿਸ਼ਰਾਮ ਦੇਣਾ ਜਾਂ ਉਹਨੂੰ ਕਹਿਣਾ। ਅਖਾਣ, ਮੁਹਾਵਰੇ, ਅਲੰਕਾਰ ਵਗੈਰਾ ਇਹ ਸਾਰੇ ਹੀ ਉਚਾਰੀ ਇਹਨਾਂ ਦੇ ਦੁਆਰਾ ਸ਼ੁੱਧ ਅਸ਼ੁੱਧ ਦੀ ਉਚਾਰੀ ਵੀ ਪੰਜਾਬੀ ਭਾਸ਼ਾ ਦੀ ਸਪਸ਼ਟਤਾ ਨੂੰ ਅਤੇ ਖੂਬਸੂਰਤੀ ਨੂੰ ਨਿਖਾਰਿਆ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਜੇਕਰ ਆਪਾਂ ਗੱਲ ਕੀਤੀ ਜਾਵੇ, ਇਹਨਾਂ ਨੂੰ ਸਹੀ ਤਰੀਕੇ ਨਾਲ ਨਿਖਾਰਿਆ ਜਾਂਦਾ ਹੈਗਾ ਜਦੋਂ ਇਹ ਵਿਆਕਰਣ ਦੀ ਸ਼੍ਰੇਣੀ ਦੇ ਵਿੱਚ ਆ ਜਾਂਦਾ ਹੈਗਾ। ਤਾਂ ਇਹ ਸੀਗੇ ਵਾਕਾਂ ਦੇ ਬਾਰੇ ਗੱਲ ਕਰ ਰਹੇ ਸੀਗੇ। ਹੁਣ ਆਪਾਂ ਗੱਲ ਕਰਾਂਗੇ ਪੰਜਾਬੀ ਧੁਨੀਆਂ, ਵਰਨ, ਸ਼ਬਦ ਅਤੇ ਵਾਕ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬੀ ਧੁਨੀਆਂ ਕਿਹੜੀਆਂ ਹੁੰਦੀਆਂ ਹੈ ਉਹਨਾਂ ਦੇ ਬਾਰੇ ਗੱਲ ਕਰਾਂਗੇ। ਵੀ ਦੇਖੋ, ਪੰਜਾਬੀ ਧੁਨੀ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦੀ ਧੁਨੀ ਹੁੰਦੀ ਕੀ ਚੀਜ਼ ਹੈਗੀ, ਠੀਕ ਹੈ ਜੀ। ਤਾਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਧੁਨੀ ਦੇ ਬਾਰੇ ਗੱਲ ਕਰੀਏ ਵੀ ਦੇਖੋ ਜੀ, ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਧੁਨੀ ਹੈ। ਇਸ ਦੇ ਟੁਕੜੇ ਨਹੀਂ ਕੀਤੇ ਜਾ ਸਕਦੇ ਹਨ। ਧੁਨੀ ਤੋਂ ਬਿਨਾਂ ਭਾਸ਼ਾ ਦੀ ਕਲਪਨਾ ਕਰਨਾ ਵੀ ਅਸੰਭਵ ਹੈ। ਯਾਨੀ ਧੁਨੀ ਭਾਸ਼ਾ ਦਾ ਮੁੱਲ ਆਧਾਰ ਹੈ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈਗੀ ਉਹ ਧੁਨੀ ਹੈਗੀ। ਜੇਕਰ ਤੁਹਾਡੀ ਪ੍ਰੀਖਿਆ ਜਾਂ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਆ, ਤਾਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈਗੀ ਧੁਨੀ। ਅੱਗੇ ਗੱਲ ਕਰਾਂਗੇ ਵੀ ਧੁਨੀ ਦਾ ਅਰਥ ਹੈ। ਧੁਨੀ ਦਾ ਅਰਥ ਕੀ ਹੁੰਦਾ ਹੈਗਾ? ਧੁਨੀ ਦਾ ਅਰਥ ਹੁੰਦਾ ਹੈ ਆਵਾਜ਼ ਸਾਡੇ ਮੂੰਹ ਦੇ ਅੰਗਾਂ ਦੇ ਨਾਲ ਟਕਰਾਉਂਦੀ ਹੋਈ ਜੋ ਹਵਾ ਬਾਹਰ ਨਿਕਲਦੀ ਹੈ ਉਸ ਨੂੰ ਧੁਨੀ ਜਾਂ ਆਵਾਜ਼ ਕਿਹਾ ਜਾਂਦਾ। ਕਹਿਣ ਦਾ ਭਾਵ ਹੈ ਕਿ ਜਦੋਂ ਆਪਾਂ ਬੋਲਦੇ ਹਾਂ, ਆਪਣੇ ਸਰੀਰ ਤੋਂ ਜਿਹੜੀ ਹਵਾ ਨਿਕਲਦੀ ਹੈ, ਅੰਦਰ ਦੇ ਸਰੀਰ ਦੇ ਅੰਗਾਂ ਨਾਲ ਟਕਰਾਉਂਦੀ ਹੋਈ ਜਿਹੜੀ ਹਵਾ ਬਾਹਰ ਨਿਕਲਦੀ ਹੈ, ਆਵਾਜ਼ ਨਿਕਲਦੀ ਹੈ, ਉਸ ਨੂੰ ਕੀ ਕਹਿੰਦੇ ਆ? ਧੁਨੀ ਕਹਿੰਦੇ ਹੈ। ਦੂਸਰੇ ਸ਼ਬਦਾਂ ਦੇ ਵਿੱਚ ਬੋਲਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਣ ਦੇ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਸਹੀ ਹੈ। ਦੇਖੋ ਜੀ, ਸਿੰਪਲ ਜੀ ਗੱਲ ਹੈ ਵੀ ਜਿਹੜੀ ਆਪਣੀ ਆਵਾਜ਼ਾਂ ਨਿਕਲਣਗੀਆਂ ਅੰਦਰੋਂ ਉਹਨਾਂ ਨੂੰ ਧੁਨੀ ਕਿਹਾ ਜਾਂਦਾ ਹੈ। ਧੁਨੀ ਕਿਹਦਾ? ਸੰਸਕ੍ਰਿਤ ਭਾਸ਼ਾ ਦੇ ਜਿਹੜੀ ਧੁਨੀ ਹੈ ਸੰਸਕ੍ਰਿਤ ਭਾਸ਼ਾ ਦੇ ਧੁਨੀ ਸ਼ਬਦ ਦਾ ਬਣਿਆ ਹੋਇਆ ਹੈ ਅਤੇ ਪੰਜਾਬੀ ਰੂਪ ਹੈ। ਅਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਸਾਊਂਡ ਆਖਿਆ ਜਾਂਦਾ ਹੈ ਨਾ, ਜਿਵੇਂ ਕਿ ਸਾਊਂਡ ਦਾ ਸਮਾਨਾਰਥਕ ਸ਼ਬਦ ਆਖਿਆ ਜਾਂਦਾ ਹੈਗਾ। ਅੱਗੇ ਆਪਾਂ ਇਹਦੀ ਗੱਲ ਕਰਾਂਗੇ ਵੀ ਪੰਜਾਬੀ ਭਾਸ਼ਾ ਵਿੱਚ ਧੁਨੀ ਨੂੰ ਕਈ ਅਰਥਾਂ ਦੇ ਨਾਲ ਸੰਦਰਭਾਂ ਵਿੱਚ ਵਰਤਿਆ ਜਾਂਦਾ ਹੈ ਨਾ। ਕਹਿਣ ਦਾ ਭਾਵ ਹੈ ਵੀ ਇਹਨੂੰ ਕਿਸ ਤਰੀਕੇ ਨਾਲ ਵਰਤਿਆ ਜਾਂਦਾ, ਕਈ ਸੰਦਰਭਾਂ ਦੇ ਵਿੱਚ ਵਰਤਿਆ ਜਾਂਦਾ ਹੈ। ਧੁਨੀ ਇੱਕ ਆਵਾਜ਼ ਹੈ, ਧੁਨੀ ਇੱਕ ਰਾਗ ਦੀ ਹੇਕ ਹੈ ਜਾਂ ਸੁਰ ਹੈ, ਜਿਵੇਂ ਟੁੰਡੇ ਅਸਰਾਜੇ ਦੀ ਧੁਨੀ। ਦੇਖੋ ਜੀ, ਗੁਰੂ ਨਾਨਕ ਦੇਵ ਜੀ ਨੇ ਦੀ ਇੱਕ ਵਾਰ ਹੈ ਟੁੰਡੇ ਅਸਰਾਜੇ ਦੀ ਵਾਰ 'ਤੇ ਧੁਨੀ ਦੇ ਗਾਣ ਦਾ ਆਦੇਸ਼ ਹੈਗਾ। ਉਸੇ ਤਰੀਕੇ ਨਾਲ ਧੁਨੀ ਕਵਿਤਾ ਦੇ ਵਿੱਚ ਸੂਝ ਜਾਂ ਰਜ਼ਮ ਹੈ ਨਾ, ਇਸ ਤਰੀਕੇ ਨੂੰ ਕਹਿੰਦੇ ਆ ਰਮਜ਼ ਹੈ। ਇਸ ਤਰੀਕੇ ਨਾਲ ਕਹਿੰਦੇ ਭਾਸ਼ਾ ਧੁਨੀ ਵਿਗਿਆਨ ਦੇ ਖੇਤਰ ਦੇ ਵਿੱਚ ਸਾਰਥਕ ਆਵਾਜ਼ ਹੈ।
ਜਿਹੜੀ ਧੁਨੀ ਹੈ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਇੱਕ ਸਾਰਥਕ ਹੈ, ਯਾਨੀ ਇਹਦੀ ਸ਼ੁਰੂਆਤ ਜਿਹੜੀ ਹੁੰਦੀ ਹੈਗੀ ਧੁਨੀ ਦੀ, ਉਹ ਭਾਸ਼ਾ ਖੇਤਰ ਦੇ ਵਿੱਚ ਸਭ ਤੋਂ ਪਹਿਲੀ ਸ਼ੁਰੂਆਤ ਸਾਰਥਕ ਮੰਨੀ ਜਾਂਦੀ, ਯਾਨੀ ਇਸ ਤੋਂ ਬਿਨਾਂ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ। ਅੱਗੇ ਗੱਲ ਕੀਤੀ ਜਾਂਦੀ ਹੈ ਗੁਰਮੁਖੀ ਧੁਨੀਆਂ ਪੰਜਾਬੀ ਜਿਹੜੀ ਭਾਸ਼ਾ ਪੰਜਾਬੀ ਧੁਨੀਆਂ ਗੁਰਮੁਖੀ ਅੱਖਰਾਂ ਦੇ ਵਿੱਚ ਅੰਕਿਤ ਕੀਤੀਆਂ ਜਾਂਦੀਆਂ ਹੈਗੀਆਂ। ਸਹੀ ਗੱਲ ਹੈ। ਦੇਖੋ ਇੱਕ ਲਿਪੀ ਹੁੰਦੀ ਹੈਗੀ, ਜਿਵੇਂ ਪੰਜਾਬੀ ਦੀ ਲਿਪੀ ਹੈ ਗੁਰਮੁਖੀ ਲਿਪੀ ਹੈ, ਹਿੰਦੀ ਦੀ ਜਿਹੜੀ ਹੈ ਦੇਵਨਾਗਰੀ ਲਿਪੀ ਹੈ। ਉਸ ਤਰੀਕੇ ਨਾਲ ਜਿਹੜੀ ਪੰਜਾਬੀ ਧੁਨੀਆਂ ਨੂੰ ਅੰਕਿਤ ਕਿਸ ਨਾਲ ਕੀਤਾ ਜਾਂਦਾ ਹੈ? ਗੁਰਮੁਖੀ ਲਿਪੀ ਨਾਲ ਅੰਕਿਤ ਕੀਤਾ ਜਾਂਦਾ ਹੈ। ਅਗਰ ਹਰ ਧੁਨੀ ਲਈ ਵੱਖਰਾ ਵੱਖਰਾ ਚਿੰਨ੍ਹ ਅੰਕਿਤ ਹੁੰਦਾ ਹਨ। ਕਹਿਣ ਦਾ ਭਾਵ ਹੈ ਜਿਹੜੀ ਧੁਨੀ ਹੋਊਗਾ ਉਹਦਾ ਅੱਡੋ ਅੱਡ ਹੋਊਗਾ। ਦੇਖੋ ਆ ਦਿਨ ਲਿਖਿਆ ਹੋਇਆ ਹੈਗਾ, ਤਾਂ ਇਹਦੇ ਵਿੱਚ ਦੇਖੋ ਇੱਧਰ 2 ਅੱਖਰ ਲਿਖੇ ਹੋਏ ਨੇ, ਜਦ ਕਿ ਇੱਧਰ ਦੇਖੋ ਦੱਦਾ ਹੈਗਾ, ਈੜੀ ਹੈਗੀ ਅਤੇ ਨੰਨਾ ਹੈਗਾ ਅਤੇ ਦਿਨ ਬਣ ਗਿਆ ਹੈਗਾ। ਯਾਨੀ ਹਰੇਕ ਚੀਜ਼ ਦੇ ਲਈ ਅੱਡ ਅੱਡ ਵੱਖਰਾ ਅੱਖਰ ਆਉਂਦਾ ਹੈ। ਜਿਵੇਂ ਪੁਸਤਕ ਹੋ ਗਿਆ, ਪੁਸਤਕ ਵੀ ਦੇਖੋ, ਪੁਸਤਕ ਦੇ ਵਿੱਚ ਦੇਖੋ ਇਹਦੇ ਵਿੱਚ 4 ਹੀ ਅੱਖਰ ਨੇ, ਲੇਕਿਨ ਜਦੋਂ ਇਹਨਾਂ ਨੂੰ ਅੱਡ ਆਪਾਂ ਇਹਨੂੰ ਤੋੜ ਕੇ ਕਰਦੇ ਹਾਂ ਤਾਂ ਗੱਲ ਕੀਤੀ ਜਾਂਦੀ ਹੈ ਪੱਪਾ ਆ ਗਿਆ, ਊੜਾ ਆ ਗਿਆ, ਸੱਸਾ ਆ ਗਿਆ, ਤਾ ਆ ਗਿਆ ਔਰ ਕੱਕਾ ਆ ਗਿਆ, ਇੱਦਾਂ ਦਾ ਹੁੰਦਾ ਹੈ। ਇੱਦਾਂ ਤਰ੍ਹਾਂ ਹੀ ਕੁਦਰਤ ਹੈ, ਇਹਦੇ ਵਿੱਚ ਕੁਦਰਤ ਨੂੰ ਵੀ ਅੱਗੇ ਵੰਡ ਕੇ ਕੁਦਰਤ ਬਣਾ ਦਿੱਤਾ ਗਿਆ ਹੈ। ਅਤੇ ਅੱਗੇ ਆ ਗਿਆ ਅਜਮੇਰ। ਅਜਮੇਰ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਅਜਮੇਰ, ਇੱਥੇ 4 ਸ਼ਬਦ ਨੇ, ਜਦ ਕਿ ਇਹਨੂੰ ਆਪਾਂ ਧੁਨੀਆਂ ਦੇ ਵਿੱਚ ਤੋੜਾਂਗੇ ਤਾਂ ਇਹ ਐਡਾ ਵੱਡਾ ਬਣ ਜੂਗਾ। ਇਹਦੇ ਵਿੱਚ ਸ਼ਬਦ ਬਣ ਜਾਣਗੇ 1 2 3 4 ਅਤੇ 5 ਬਣ ਜਾਣਗੇ, ਜਦ ਕਿ ਇੱਧਰ 4 ਹੀ ਹੈ। ਲੇਕਿਨ ਜਦੋਂ ਆਪਾਂ ਧੁਨੀਆਂ ਦੇ ਵਿੱਚ ਇਹਨੂੰ ਲਿਖਦੇ ਹਾਂ ਤਾਂ ਇਹਨੂੰ ਪੂਰਾ ਲਿਖਿਆ ਜਾਂਦਾ ਹੈ। ਜਿਹੜੀ ਵੀ ਆਵਾਜ਼ ਜਾਂ ਕੋਈ ਵੀ ਮਾਤਰਾ ਹੁੰਦੀ ਉਹਨੂੰ ਵੀ ਇਸ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈਗਾ, ਮਾਤਰਾ ਦੇ ਵਿੱਚ ਕਾਊਂਟ ਕੀਤਾ ਜਾਂਦਾ। ਹੁਣ ਆਪਾਂ ਗੱਲ ਕਰਾਂਗੇ ਧੁਨੀਆਂ ਉਚਾਰਨ ਪ੍ਰਕਿਰਿਆ ਅਤੇ ਉਚਾਰਨ ਦੇ ਅੰਗ। ਹੁਣ ਆਪਾਂ ਗੱਲ ਕਰਾਂਗੇ ਵੀ ਧੁਨੀਆਂ ਨੂੰ ਉਚਾਰਨ ਦੇ ਲਈ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਂਦੀ, ਯਾਨੀ ਕਿੱਥੋਂ ਕਿੱਥੋਂ ਉਚਾਰਿਆ ਜਾਂਦਾ ਹੈਗਾ। ਜਿਵੇਂ ਆਪਾਂ ਗੱਲ ਕੀਤੀ ਜਾਂਦੀ ਹੈਗੀ ਧੁਨੀਆਂ ਉਚਾਰਨ ਦੀ ਪ੍ਰਕਿਰਿਆ ਦੇ ਰੂਪ ਦੇ ਵਿੱਚ ਇਹਨੂੰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈਗਾ। ਇੱਕ ਸਾਹ ਪ੍ਰਣਾਲੀ ਜਿਹੜੀ ਆਪਾਂ ਸਾਹ ਨਾਲ ਕਰਦੇ ਹਾਂ, ਧੁਨੀ ਪ੍ਰਣਾਲੀ, ਉਚਾਰਨ ਪ੍ਰਣਾਲੀ, ਹੈ ਨਾ। ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਧੁਨੀ ਉਚਾਰਨ ਪ੍ਰਕਿਰਿਆ ਨੂੰ ਪਹਿਲਾਂ ਤਾਂ ਆਪਾਂ ਗੱਲ ਯਾਦ ਰੱਖਣੀ ਹੈ ਵੀ 3 ਭਾਗਾਂ ਵਿੱਚ ਵੰਡਿਆ ਜਾਂਦਾ, ਜਿਹੜੀਆਂ ਸਾਹ ਪ੍ਰਣਾਲੀ, ਧੁਨੀ ਪ੍ਰਣਾਲੀ ਅਤੇ ਉਚਾਰਨ ਪ੍ਰਣਾਲੀ। ਅਤੇ ਫਿਰ ਹੁਣ ਆਪਾਂ ਗੱਲ ਕਰਾਂਗੇ ਇਹਦੀ, ਪਹਿਲਾਂ ਗੱਲ ਕਰਾਂਗੇ ਸਾਹ ਪ੍ਰਣਾਲੀ। ਸਾਹ ਪ੍ਰਣਾਲੀ ਦੇ ਵਿੱਚ ਕਿਹੜੇ ਆਉਂਦੇ ਹੈਗੇ, ਮਤਲਬ ਸਾਹ ਪ੍ਰਣਾਲੀ ਦੇ ਵਿੱਚ ਕੀ ਚੀਜ਼ਾਂ ਹੈਗੀਆਂ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਤਾਂ ਕਿ ਗੱਲ ਕੀਤੀ ਜਾਂਦੀ ਹੈ ਸਾਹ ਪ੍ਰਣਾਲੀ ਦੇ ਵਿੱਚ ਕਿ ਸਭ ਤੋਂ ਪਹਿਲਾਂ ਸਾਹ ਪ੍ਰਣਾਲੀ ਦੇ ਵਿੱਚ ਕੀ ਲੈਂਦੇ ਆਪਾਂ, ਉਸ ਦੇ ਬਾਰੇ ਗੱਲ ਕਰਾਂਗੇ। ਤਾਂ ਸਾਹ ਪ੍ਰਣਾਲੀ ਦੇ ਵਿੱਚ ਮੁੱਖ ਰੂਪ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜੇ ਹੁੰਦੇ ਆ, ਦੇਖੋ ਆਪਣੇ ਫੇਫੜੇ ਹੋ ਗਏ, ਛਾਤੀ ਦੇ ਪੱਠੇ, ਠੀਕ ਹੈ, ਅਤੇ ਸਾਹ ਨਲੀ ਕਾਰਜਸ਼ੀਲ ਹੁੰਦੀ ਹੈ। ਕਹਿਣ ਦਾ ਭਾਵ ਹੈ ਜਦੋਂ ਆਪਾਂ ਸਾਹ ਪ੍ਰਣਾਲੀ ਦੀ ਜਿਹੜਾ ਪੂਰਾ ਤੰਤਰ ਹੈ ਆਪਣਾ, ਜਿਵੇਂ ਫੇਫੜੇ ਹੈ, ਛਾਤੀ ਹੈ, ਉਹ ਸਾਰੀ ਦੀ ਸਾਰੀ ਸਾਹ ਨਲੀ ਵੀ ਇਹਦੇ ਵਿੱਚ ਸ਼ਾਮਲ ਹੁੰਦੀ ਹੈ। ਫੇਫੜਿਆਂ ਦਾ ਮੁੱਖ ਕਾਰਜ ਛਾਤੀ ਅਤੇ ਪੱਠਿਆਂ ਦੀ ਹਰਕਤ ਦੁਆਰਾ ਉਤਪੰਨ ਕੀਤੀ ਗਈ ਵਾਯੂ ਧਾਰਾ ਭਾਸ਼ਾਈ ਧੁਨੀਆਂ ਦੇ ਉਚਾਰਨ ਲਈ ਵਰਤੀ ਜਾਂਦੀ ਹੈ, ਤਾਂ ਇਸ ਨੂੰ ਪੌਣ ਧਾਰਾ ਕਿਹਾ ਜਾਂਦਾ। ਇਸ ਨੂੰ ਕੀ ਕਿਹਾ ਜਾਂਦਾ? ਪੌਣ ਧਾਰਾ ਕਿਹਾ ਜਾਂਦਾ। ਯਾਨੀ ਸਾਹ ਪ੍ਰਣਾਲੀ ਦੇ ਵਿੱਚ ਜਿਵੇਂ ਫੇਫੜੇ ਹੈ, ਛਾਤੀ ਹੈ, ਪੱਠੇ ਹੈ, ਸਾਹ ਨਲੀ, ਇਹਨਾਂ ਸਾਰਿਆਂ ਦੇ ਦੁਆਰਾ ਵਰਤਣ ਵਾਲੀ ਵਾਯੂ ਧਾਰਾ ਜਿਹੜੀ ਨਿਕਲਦੀ ਹੈ ਉਸ ਨੂੰ ਕੀ ਬੋਲਾਂਗੇ? ਵਾਯੂ ਧਾਰਾ ਉਤਪੰਨ ਹੋਣ ਵਾਲੇ ਉਹਨੂੰ ਬੋਲਾਂਗੇ ਪੌਣ ਧਾਰਾ ਬੋਲਾਂਗੇ। ਅੱਗੇ ਆਪਾਂ ਗੱਲ ਕਰਾਂਗੇ ਧੁਨੀ ਪ੍ਰਣਾਲੀ। ਧੁਨੀ ਪ੍ਰਣਾਲੀ ਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਧੁਨੀ ਪ੍ਰਣਾਲੀ ਦੇ ਵਿੱਚ ਕੀ ਆਉਂਦਾ? ਧੁਨੀ ਪ੍ਰਣਾਲੀ ਦੇ ਵਿੱਚ ਮੁੱਖ ਰੂਪ ਦੇ ਵਿੱਚ ਕੰਠ ਤੋਂ ਸਮਝਦੇ ਹੋ, ਕੰਠ ਪਠਾਰ ਅਤੇ ਨਾਦ ਤੰਤਰੀਆਂ ਧੁਨੀਆਂ ਉਚਾਰਨ ਪ੍ਰਕਿਰਿਆ ਤੇ ਵਿੱਚ ਕਾਰਜਸ਼ੀਲ ਹੁੰਦੇ ਹੈ, ਹੈ ਨਾ। ਇਹਦੇ ਵਿੱਚ ਆਪਾਂ ਕਹਾਂਗੇ ਜਿਹੜਾ ਆਪਣਾ ਕੰਠ ਪਠਾਰ ਹੈਗਾ ਉਹ ਕਾਰਜਸ਼ੀਲ ਹੁੰਦਾ ਹੈ ਜੀ। ਇਹ ਸਾਹ ਨਲੀ ਦੇ ਉੱਪਰਲੇ ਪਾਸੋਂ, ਜਿਵੇਂ ਉੱਪਰਲੇ ਪਾਸੇ ਕਿਵੇਂ ਆ ਗਏ, ਹੋਠਨੁਮਾ ਸਰਲ ਸ਼ਕਲ ਦੀਆਂ ਤੇ ਤੰਤਰੀਆਂ ਜੁੜ ਜਾਂਦੀਆਂ ਹਨ। ਇਹਨਾਂ ਨੂੰ ਨਾਦ ਤੰਤਰੀਆਂ ਕਿਹਾ ਜਾਂਦਾ ਹਨ। ਫੇਫੜਿਆਂ ਵਿੱਚੋਂ ਆਉਂਦੀ ਵਾਯੂ ਧਾਰਾ ਇਹਨਾਂ ਤੰਤਰੀਆਂ ਰਾਹੀਂ ਹੀ ਲੰਘ ਕੇ ਭਾਸ਼ਾਈ ਧੁਨੀਆਂ ਨੂੰ ਪੈਦਾ ਕਰਦੀ ਹੈ। ਕਹਿਣ ਦਾ ਭਾਵ ਹੈ ਕਿ ਜਦੋਂ ਇਹ ਆਪਣੇ ਕੰਠ ਤੋਂ ਉੱਪਰਲੇ ਹਿੱਸੇ ਵਿੱਚ ਆ ਜਾਂਦੀਆਂ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉੱਥੋਂ ਬਾਅਦ ਜਿਹੜੀ ਹਰਕਤਾਂ ਹੁੰਦੀਆਂ ਆਪਣੀਆਂ ਬੋਲਣ ਵਾਲੀਆਂ, ਉਹ ਸਾਰੀਆਂ ਆਉਂਦੀਆਂ ਧੁਨੀ ਪ੍ਰਣਾਲੀ ਦੇ ਵਿੱਚ ਆਉਂਦੀਆਂ ਹੈ। ਹੁਣ ਆਊਗਾ ਉਚਾਰਨ ਪ੍ਰਣਾਲੀ। ਅੱਗੇ ਗੱਲ ਕਰਾਂਗੇ ਉਚਾਰਨ ਪ੍ਰਣਾਲੀ, ਜਿਹੜਾ ਇਹਦਾ ਤੀਜਾ ਪੁਆਇੰਟ ਹੈ, ਉਚਾਰਨ ਪ੍ਰਣਾਲੀ ਦੀ ਬਾਰੇ ਗੱਲ ਕਰਾਂਗੇ। ਤਾਂ ਉਚਾਰਨ ਪ੍ਰਣਾਲੀ ਦੇ ਵਿੱਚ ਆਪਾਂ ਗੱਲ ਕਰੀਏ ਉਚਾਰਨ ਪ੍ਰਣਾਲੀ ਦੇ ਕੰਠ ਪਠਾਰ ਤੋਂ ਉੱਪਰਲੇ ਅੰਗਾਂ ਵਿੱਚ। ਹੁਣ ਇਹ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕੰਠਾਂ ਦੀ,
ਪਹਿਲਾਂ ਆਪਾਂ ਸਾਹ ਨਾਲੀ ਦੀ ਗੱਲ ਕੀਤੀ ਹੈ, ਦੂਜੇ ਨੰਬਰ ਤੇ ਆਪਾਂ ਕੰਠਾਂ ਦੀ ਗੱਲ ਕੀਤੀ ਹੈ, ਤੀਜੇ ਨੰਬਰ ਤੇ ਹੁਣ ਗੱਲ ਕਰ ਰਹੇ ਕੰਠਾਂ ਤੋਂ ਜਿਹੜਾ ਉੱਪਰਲਾ ਹਿੱਸਾ ਹੈ ਆਪਣਾ, ਕੰਠਾਂ ਤੋਂ ਜਿਹੜਾ ਆਪਣਾ ਉੱਪਰਲਾ ਹਿੱਸਾ ਹੈ ਉਹਦੇ ਬਾਰੇ ਉੱਪਰਲੇ ਹਿੱਸੇ ਉੱਪਰਲੇ ਅੰਗਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਤੇ ਇਹਨਾਂ ਅੰਗਾਂ ਦੇ ਵਿੱਚ ਬੁੱਲ, ਦੰਦ, ਪਠਾਰ ਤੇ ਸਖਤ ਤਾਲੂ, ਕੋਮਲ ਤਾਲੂ, ਕਾਗਲ ਤੇ ਜੀਭ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਕਹਿਣ ਦਾ ਭਾਵ ਹੈ ਇਹਦੇ ਵਿੱਚ ਕਿਹੜੀ ਚੀਜ਼ਾਂ ਸ਼ਾਮਿਲ ਹੁੰਦੀਆਂ ਹੈ ਤਾਂ ਦੰਤ ਪਠਾਰ ਹੋ ਗਿਆ, ਬੁੱਲ ਹੋ ਗਏ, ਸਖਤ ਤਾਲੂ ਹੋ ਗਿਆ, ਕੋਮਲ ਤਾਲੂ, ਕਾਗਲ ਤੇ ਜੀਭ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ। ਇਹਨਾਂ ਕੰਠ ਤਨ ਪਠਾਰ ਦੇ ਤਨ ਪਠਾਰ ਤੋਂ ਲੈ ਕੇ ਬੁੱਲਾਂ ਤੱਕ ਦੇ ਉਚਾਰਨ ਨੂੰ ਕੰਠ ਮਾਰਗ ਕਿਹਾ ਜਾਂਦਾ ਹੈ। ਹੁਣ ਇਹਨੂੰ ਸਾਰੇ ਨੂੰ ਕੀ ਕਿਹਾ ਜਾਊਗਾ? ਕੰਠ ਮਾਰਗ ਕਿਹਾ ਜਾਊਗਾ, ਯਾਨੀ ਬੁੱਲਾਂ ਤੱਕ ਜਿਹੜਾ ਹਿੱਸਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਕੰਠ ਮਾਰਗ ਕਿਹਾ ਜਾਂਦਾ ਹੈਗਾ। ਤਾਂ ਇਹ ਗੱਲ ਕੀਤੀ ਹੈ ਧੁਨੀ ਉਚਾਰਨ ਪ੍ਰਕਿਰਿਆ ਦੇ ਅੰਗ, ਜਿਹਦੇ ਵਿੱਚ ਕਿਹਦੇ ਵਿੱਚ ਗੱਲ ਕੀਤੀ ਹੈ? ਸਾਹ ਪ੍ਰਣਾਲੀ, ਧੁਨੀ ਪ੍ਰਣਾਲੀ ਤੇ ਉਚਾਰਨ ਪ੍ਰਣਾਲੀ, ਤਿੰਨਾਂ ਦੇ ਬਾਰੇ ਗੱਲ ਕਰ ਲਈਏ। ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਸਾਹ ਪ੍ਰਣਾਲੀ ਦੀ, ਦੂਜੀ ਆਪਾਂ ਗੱਲ ਕੀਤੀ ਹੈ ਧੁਨੀ ਪ੍ਰਣਾਲੀ ਦੀ। ਤਾਂ ਧੁਨੀ ਪ੍ਰਣਾਲੀ ਦੀ ਗੱਲ ਕੀਤੀ, ਤੀਜੀ ਆਪਾਂ ਗੱਲ ਕੀਤੀ ਹੈ ਵਾਯੂ, ਤੀਜੀ ਆਪਾਂ ਗੱਲ ਕੀਤੀ ਉਚਾਰਨ ਪ੍ਰਣਾਲੀ। ਠੀਕ ਹੈ, ਹੁਣ ਆਪਾਂ ਗੱਲਾਂ ਕਰਾਂਗੇ ਉਚਾਰਨ ਪ੍ਰਣਾਲੀ ਵਾਲੇ ਅੰਗ, ਯਾਨੀ ਉਚਾਰਨ ਪ੍ਰਣਾਲੀ ਕਿਸ ਤਰੀਕੇ ਦੀ ਹੋ ਸਕਦੀ ਹੈ। ਤਾਂ ਸਭ ਤੋਂ ਪਹਿਲਾਂ ਆਊਗਾ ਹੋਠਾਂ ਦੇ ਬਾਰੇ ਗੱਲ ਕਰਾਂਗੇ, ਹੈ ਨਾ। ਹੋਠ ਜਿਹੜੇ ਆਪਣੇ ਜਦੋਂ ਫੇਫੜਿਆਂ ਵਿੱਚੋਂ ਆਉਂਦੀ ਵਾਯੂ ਧਾਰਾ ਬੁੱਲਾਂ ਦੇ ਸਥਾਨ ਤੋਂ ਹੋ ਕੇ ਭਾਸ਼ਾਈ ਧੁਨੀਆਂ ਨੂੰ ਉਚਾਰਨ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਧੁਨੀਆਂ, ਹੋਠੀ ਧੁਨੀਆਂ ਕਿਹਾ ਜਾਂਦਾ ਹੈ। ਜਿਵੇਂ ਕਿ ਪੰਜਾਬੀ ਦੇ ਵਿੱਚ ਬੱਬਾ ਧੁਨੀ। ਕਹਿਣ ਦਾ ਭਾਵ ਹੈਗਾ ਕਿ ਜਿਹੜੀ ਆਪਾਂ ਭਾਸ਼ਾ ਫੇਫੜਿਆਂ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਸ ਨੂੰ ਬੁੱਲਾਂ ਰਾਹੀਂ ਉਚਾਰਿਤ ਕੀਤਾ ਜਾਂਦਾ ਹੈ ਨਾ, ਬੁੱਲਾਂ ਦੀ ਸਹਾਇਤਾ ਜ਼ਿਆਦਾ ਲਿੱਤੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਹੋਠੀ ਕਿਹਾ ਜਾਂਦਾ ਹੈਗਾ। ਕਹਿਣ ਦਾ ਜਿਵੇਂ ਬੱਬਾ ਧੁਨੀ ਹੈਗੀ ਉਹ ਇਹਦੇ ਵਿੱਚ ਕਾਊਂਟ ਹੁੰਦੀ ਹੈਗੀ। ਤਾਂ ਇਹ ਆ ਗਈ ਹੋਠੀ। ਦੂਜਾ ਆਊਗਾ ਦੰਤੀ ਬਾਰੇ ਗੱਲ ਕਰਾਂਗੇ ਵੀ ਦੰਤੀ ਕਿਸ ਤਰੀਕੇ, ਦੰਤੀ ਯਾਨੀ ਦੰਦਾਂ ਨਾਲ, ਜਿਨ੍ਹਾਂ ਦੀ ਹਰਕਤਾਂ ਦੰਦਾਂ ਦੇ ਉੱਤੇ ਕੰਟਰੋਲ ਹੁੰਦੀਆਂ ਹਨ। ਕਹਿਣ ਦਾ ਭਾਵ ਹੈ ਦੰਤੀ। ਜਦੋਂ ਆਪਾਂ ਗੱਲ ਕੀਤੀ ਜਦੋਂ ਫੇਫੜਿਆਂ ਦੇ ਵਿੱਚੋਂ ਆਉਂਦੀ ਵਾਯੂ ਧਾਰਾ ਉਚਾਰਨ ਦੇ ਸਥਾਨ ਤੋਂ ਹੋ ਕੇ ਭਾਸ਼ਾਈ ਧੁਨੀਆਂ ਨੂੰ ਉਚਾਰਨ ਕੀਤਾ ਜਾਂਦਾ ਹੈ ਤਾਂ ਉਹਨਾਂ ਸਾਰੀ ਧੁਨੀਆਂ ਨੂੰ ਦੰਤੀ ਧੁਨੀਆਂ ਅਖਵਾਇਆ ਜਾਂਦਾ ਹਨ। ਜਿਵੇਂ ਕਿ ਪੰਜਾਬੀ ਦੇ ਵਿੱਚ ਕੰਤ ਹੋ ਗਿਆ, ਕੰਤ ਦੇ ਵਿੱਚ ਆਖਰੀ ਧੁਨੀ ਕੰਤ, ਤੱਤਾ ਆ ਗਿਆ, ਇਹਦੇ ਵਿੱਚ ਕੰਤ ਦੀ ਗੱਲ ਕੀਤੀ ਜਾਂਦੀ ਹੈਗੀ। ਇਸ ਕਿਹੜੀ ਹੈ? ਦੰਤੀ ਹੈਗੀ। ਹੁਣ ਕਰਾਂਗੇ ਦੰਤ ਪਠਾਰ ਦੀ ਗੱਲ ਕਰਾਂਗੇ। ਦੰਤ ਪਠਾਰ ਦੇ ਬਾਰੇ ਗੱਲ ਕਰਾਂਗੇ। ਦੰਦਾਂ ਦੇ ਪਿਛਲੇ ਪਾਸੋਂ ਜਿਹੜਾ ਦੰਦਾਂ ਦਾ ਪਿਛਲਾ ਹਿੱਸਾ ਹੁੰਦਾ ਹੈਗਾ ਉਹਦੇ ਦੰਤ ਪਠਾਰ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਹੈ ਜਿਹੜਾ ਦੰਦਾਂ ਦਾ ਪਿਛਲਾ ਉਸ ਨੂੰ ਦੰਤ ਪਠਾਰ ਕਿਹਾ ਜਾਂਦਾ। ਪੰਜਾਬੀ ਦੇ ਵਿੱਚ ਲੱਲਾ ਤੇ ਸੱਸਾ ਧੁਨੀਆਂ ਦਾ ਉਚਾਰਨ ਵੀ ਇਸੇ ਸਥਾਨ ਤੋਂ ਹੋ ਕੇ ਕੀਤਾ ਜਾਂਦਾ। ਦੇਖੋ ਲੱਲਾ ਹੈਗਾ ਉਹ ਜਿਹੜਾ ਹੈਗਾ ਉਹ ਦੰਤ ਪਠਾਰ ਤੋਂ ਹੋ ਕੇ ਕੀਤਾ ਜਾਂਦਾ ਹੈਗਾ। ਲੱਲਾ ਹੋ ਗਿਆ, ਸੱਸਾ ਹੋ ਗਿਆ, ਇਹਦਾ ਉਚਾਰਨ ਵੀ ਦੰਤ ਪਠਾਰ ਤੋਂ ਹੁੰਦਾ ਹੈ। ਠੀਕ ਹੈ ਜੀ, ਆਪਾਂ ਦੰਤ ਦੇ ਬਾਰੇ ਗੱਲ ਕਰ ਲਈ, ਦੰਤ ਪਠਾਰ ਦੇ ਬਾਰੇ ਕਰ ਲਈ। ਹੁਣ ਗਏ ਸਖਤ ਤਾਲੂ। ਸਖਤ ਤਾਲੂ ਜਿਹੜਾ ਆਪਣੇ ਤਾਲੂ, ਦੇਖੋ ਤਾਲੂ ਦੋ ਤਰੀਕੇ ਦੇ, ਇੱਕ ਕੋਮਲ ਤਾਲੂ, ਇੱਕ ਸਖਤ ਤਾਲੂ। ਆਪਾਂ ਪਹਿਲਾਂ ਗੱਲ ਕਰਾਂਗੇ ਸਖਤ ਤਾਲੂ ਦੇ ਬਾਰੇ। ਦੰਤ ਪਠਾਰ ਤੇ ਉਪਰੰਤ ਪਿਛਲੇ ਪਾਸੇ ਜੋ ਸਖਤ ਤਾਲੂ ਕਿਹਾ ਜਾਂਦਾ ਹੈ, ਜੋ ਜਿਹੜਾ ਦੰਤ ਪਠਾਰ ਹੈ ਉਦੋਂ ਪਿੱਛੇ ਵਾਲਾ ਜਿਹੜਾ ਭਾਗ ਹੈਗਾ ਉਹਨੂੰ ਕੀ ਕਿਹਾ ਜਾਂਦਾ? ਸਖਤ ਤਾਲੂ ਕਿਹਾ ਜਾਂਦਾ। ਪੰਜਾਬੀ ਸ਼ਬਦ ਜਿਵੇਂ ਸੋਚ ਦੀ ਆਖਰੀ ਜਿਹੜੀ ਸੋਚ, ਠੀਕ ਹੈ, ਸੋਚ ਹੋ ਗਿਆ, ਮੋਚ ਹੋ ਗਿਆ, ਠੀਕ ਹੈ, ਮੋਚ ਹੋ ਗਿਆ, ਸੋਚ ਹੋ ਗਿਆ, ਮੋਚ ਹੋ ਗਿਆ, ਆਖਰੀ ਜਿਹੜੀ ਧੁਨੀ ਦਾ ਉਚਾਰਨ ਇਸੇ ਉਚਾਰਨ ਸਥਾਨ ਤੋਂ ਕੀਤਾ ਜਾਂਦਾ ਹੈ। ਯਾਨੀ ਕਹਿਣ ਦਾ ਭਾਵ ਹੋਏਗਾ ਵੀ ਇਹਨਾਂ ਦੀ ਜਿਹੜਾ ਹੈਗਾ ਆਖਰੀ ਜਿਹੜੀ ਚੀਜ਼ ਹੈ ਉਹ ਇੱਥੋਂ ਹੁੰਦੀ ਹੈਗੀ, ਮਤਲਬ ਸਖਤ ਤਾਲੂ ਦੰਦੇ। ਹੁਣ ਆਪਾਂ ਗੱਲ ਕਰਾਂਗੇ ਕੋਮਲ ਤਾਲੂ। ਕੋਮਲ ਤਾਲੂ ਕਿਹੜਾ? ਜਿਵੇਂ ਕੋਮਲ ਜਿਹੜੀ ਹੈ ਸਖਤ ਤਾਲੂ ਅਤੇ ਕਾਗਲ ਦੇ ਵਿਚਾਰਲੇ ਹਿੱਸੇ ਨੇ ਨਾ, ਜਿਹੜਾ ਆਪਣਾ ਕਾਗਲ ਹੁੰਦਾ ਹੈ ਤੇ ਸਖਤ ਤਾਲੂ ਦੇ ਜਿਹੜਾ ਵਿਚਲਾ ਹਿੱਸਾ ਹੈ ਉਹਦੇ ਵਿਚਲਾ ਜਿਹੜਾ ਹਿੱਸਾ ਉਸ ਨੂੰ ਕੀ ਕਹਾਂਗੇ? ਕੋਮਲ ਤਾਲੂ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਕੌਣ ਸ਼ਬਦ ਦੇ ਪਹਿਲੀ ਧੁਨੀ ਨੂੰ ਇਸੇ ਹੀ ਉਚਾਰਨ ਦੇ ਵਿੱਚ ਸਥਾਨ ਦਿੱਤਾ ਜਾਂਦਾ। ਦੇਖੋ ਕੌਣ ਦੀ ਗੱਲ ਆ ਗਈ ਤਾਂ ਇਹ ਕਹਿੰਦੇ ਕੋਮਲ ਤਾਲੂ ਦੇ ਬਾਰੇ ਕਰਦੇ ਹਾਂ। ਅੱਗੇ ਆਪਾਂ ਗੱਲ ਕਰਾਂਗੇ ਕਾਗਲ, ਜਿਹੜਾ ਇਹਦਾ ਅੰਤਿਮ ਹੈ। ਅੰਤਿਮ ਤੋਂ ਇੱਕ ਪਹਿਲਾਂ ਜਿਹੜਾ ਹੈਗਾ ਕਾਗਲ ਦੀ ਗੱਲ ਕਰਾਂਗੇ ਵੀ ਤਾਲੂ ਦੇ ਉਚਾਰਨ ਦੇ ਬਿਲਕੁਲ ਅਖੀਰਲੇ ਹਿੱਸੇ ਨੂੰ ਕਾਗਲ ਕਿਹਾ ਜਾਂਦਾ ਹੈ। ਜੋ ਸ਼ਬਦ ਗਰੀਬ 'ਚ ਪਹਿਲੀ ਧੁਨੀ ਉਚਾਰਨ ਵਿੱਚ ਦੇ ਸਥਾਨ ਤੋਂ ਕੀਤਾ ਜਾਂਦਾ। ਦੇਖੋ ਗਰੀਬ ਦੇ ਵਿੱਚ ਪਹਿਲਾਂ ਕਾਗਲ ਦੀ ਗੱਗੇ ਦੀ ਪਹਿਲਾਂ ਆਵਾਜ਼ ਜਿਹੜੀ ਨਿਕਲਦੀ ਹੈ ਉਹ ਗਰੀਬ ਦੇ ਵਿੱਚ ਨਿਕਲਦੀ ਹੈ, ਉਹ ਸਥਾਨ ਕਿਹਦਾ? ਕਾਗਲ ਤੋਂ ਚੱਕਿਆ ਜਾਂਦਾ ਹੈਗਾ। ਹੁਣ ਆਪਾਂ ਗੱਲ ਕਰਾਂਗੇ ਜੀਭ ਦਾ ਦੇਖੋ ਹਰਕਤ ਹੋਊਗੀ ਉਹਦੇ ਬਾਰੇ। ਉਚਾਰਨ ਦ੍ਰਿਸ਼ਟੀ ਤੋਂ ਜੀਭ ਰਾਹੀਂ ਹੀ ਉਚਾਰਿਤ ਧੁਨੀਆਂ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਜੀਭ ਦੇ ਅਗਲੇ ਹਿੱਸੇ ਰਾਹੀਂ ਦੰਤੀ ਅਤੇ ਦੰਤ ਪਠਾਰੀ ਧੁਨੀਆਂ ਉਚਾਰਨ ਵਿਚਾਰਲੇ ਹਿੱਸੇ ਰਾਹੀਂ ਤਾਲਵੀ ਅਤੇ ਜੀਭ ਦੇ ਪਿਛਲੇ ਹਿੱਸੇ ਰਾਹੀਂ
ਕੰਠੀ ਜਾਂ ਕੋਮਲ ਤਾਲਵੀ ਧੁਨੀਆਂ ਆਖਿਆ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਜੀਭ ਦੇ ਅਗਲੇ ਹਿੱਸੇ ਰਾਹੀਂ ਦੰਤੀ ਜਾਂ ਦੰਦ ਪਠਾਰੀ ਧੁਨੀਆਂ ਦਾ ਉਚਾਰਨ ਹੁੰਦਾ ਹੈ ਅਤੇ ਵਿਚਾਰਲੇ ਹਿੱਸੇ ਰਾਹੀਂ ਤਾਲਵੀ ਦਾ ਹੁੰਦਾ ਹੈ ਅਤੇ ਜੀਭ ਦੇ ਪਿਛਲੇ ਹਿੱਸੇ ਰਾਹੀਂ ਹੀ ਕੰਠੀ ਜਾਂ ਕੋਮਲ ਤਾਲਵੀ ਧੁਨੀਆਂ ਦਾ ਉਚਾਰਨ ਹੁੰਦਾ ਹੈ। ਹੁਣ ਆਪਾਂ ਗੱਲ ਕਰ ਲਈ ਜੀ ਉਚਾਰਨ ਦੇ ਅੰਗ ਕਿਹੜੇ ਹੈ। ਹੋਠੀ ਹੈ, ਦੰਤੀ ਹੈ, ਦੰਤ ਪਠਾਰ ਹੈ, ਸਖਤ ਤਾਲੂ, ਕੋਮਲ ਤਾਲੂ, ਕਾਗਲ ਤੇ ਜੀਭ। ਇਹ ਜੇ ਉਚਾਰਨ ਵਾਲੇ 7 ਭਾਗ ਹੈ ਜਿਨ੍ਹਾਂ ਨੂੰ ਅੱਡ ਭਾਸ਼ਾ ਵਿੱਚ ਵੰਡਿਆ ਗਿਆ। ਜੇਕਰ ਦੋਸਤੋ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਰੀਡ ਦੀ ਸਾਰੀਆਂ ਵੀਡੀਓ ਤੇ ਅਪਲੋਡ ਕਰ ਸਕੀਏ ਤੇ ਤੁਹਾਨੂੰ ਫਾਇਦਾ ਮਿਲ ਸਕੇ। ਤੇ ਆਪਣੇ ਦੋਸਤਾਂ ਵਿੱਚ ਲਾਈਕ ਤੇ ਸ਼ੇਅਰ ਕਰੋ। ਧੰਨਵਾਦ ਜੀ।